ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿਗਾਹ ਮਾਰਦੇ ਆ ਪਿਛਾਲੇ ਦੁਆਲੇ ਦੇ ਉੱਤੇ ਕੀ ਕੁਛ ਪੰਜਾਬ ਦੇ ਵਿੱਚ ਭਾਰਤ ਪੱਧਰ ਦੇ ਉੱਤੇ ਵਾਪਰ ਰਿਹਾ। ਇਸ ਵੇਲੇ ਪੰਜਾਬ ਦੇ ਵਿੱਚ ਜੇ ਇੱਥੋਂ ਦੀ ਸਿਆਸਤ ਦੀ ਗੱਲ ਕਰੀਏ ਤਾਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਲੰਘ ਰਹੀਆਂ ਨੇ, ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਕੁਛ ਨਵਾਂ ਵੇਖਣ ਸੁਣਨ ਨੂੰ ਮਿਲੂਗਾ। ਬਾਗੀ ਸੁਰ ਰੱਖਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇੱਕ ਵੱਡਾ ਇਕੱਠ ਜਿਹੜਾ ਕਰਕੇ ਚੋਹਲਾ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਵਾਸਤੇ ਨਵੀਆਂ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਨੇ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਚੈਲੰਜ ਇਸ ਇਕੱਠ ਦੇ ਵਿੱਚ ਕੀਤਾ ਔਰ ਉਹਨਾਂ ਦੇ ਅਸਤੀਫਿਆਂ ਦੀ ਮੰਗ ਜਿਹੜੀ ਸੀ ਉਹ ਕੀਤੀ ਔਰ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਮੰਗ ਨਹੀਂ ਮੰਨੀ ਜਾਂਦੀ ਉਹ ਆਪਣੀ ਆਵਾਜ਼ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਉਠਾਉਂਦੇ ਰਹਿਣਗੇ। ਇਸ ਇਕੱਠ ਦੇ ਵਿੱਚ ਇਹ ਵੀ ਜਿਹੜਾ ਹੋਇਆ ਕਿ ਪਿਛਲੇ ਦਿਨਾਂ ਤੋਂ ਜਿਵੇਂ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਾਥ ਉਹਨਾਂ ਦੇ ਨੇੜਲੇ ਸਾਥੀ ਛੱਡ ਗਏ ਆ, ਉਹ ਸਾਰੇ ਦੇ ਸਾਰੇ ਇਸ ਇਕੱਠ ਦੇ ਵਿੱਚ ਸ਼ਾਮਲ ਸੀ, ਭਾਵ ਕਿ ਉਹ ਗੱਲ ਜਿਹੜੀ ਉਹ ਗਲਤ ਸਾਬਤ ਹੋਈ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਬੋਚ ਕੇ ਪੈਰ ਧਰਦਿਆਂ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਨਿਸ਼ਾਨਾ ਨਹੀਂ ਲਾਇਆ, ਬਲਕਿ ਇੱਥੋਂ ਤੱਕ ਕਿਹਾ ਕਿ ਬਾਦਲ ਹੋਰਾਂ ਨੇ ਮੇਰੇ ਕਹੇ ਦੇ ਉੱਤੇ ਬਹੁਤ ਸਾਰੇ ਕੰਮ ਕੀਤੇ ਪਰ ਡੇਰਾ ਸਾਹਿਬ ਨੂੰ ਮਾਫੀ ਦੇਣ, ਬਰਗਾੜੀ ਕਾਂਡ ਵਰਗੇ ਮੁੱਦਿਆਂ ਦੇ ਉੱਤੇ ਉਹ ਕਦੇ ਕੁਛ ਨਹੀਂ ਬੋਲੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੇਤ, ਭੂਮੀ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ ਕਰਕੇ ਸਰਕਾਰ ਦੀ ਬਦਨਾਮੀ ਹੋਣ ਦੇ ਬਾਰੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਦੋਂ ਸੁਚੇਤ ਕੀਤਾ ਸੀ, ਪਰ ਉਹਨਾਂ ਦੀ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਇਕੱਠ ਤੋਂ ਬਾਅਦ ਹਾਲਾਂਕਿ ਇੱਕ ਪੱਤਰਕਾਰ ਨੇ ਜਿਹਨੇ ਕੁਝ ਸਵਾਲ ਪੁੱਛ ਲਿਆ ਔਰ ਉਸ ਦੇ ਜਵਾਬ ਦੇ ਵਿੱਚ ਬ੍ਰਹਮਪੁਰਾ ਸਾਹਿਬ ਦੇ ਮੂੰਹੋਂ ਇੱਕ ਗਾਲ ਵੀ ਜਿਹੜੀ ਸੀ ਉਹ ਨਿਕਲ ਗਈ ਅਕਾਲੀ ਦਲ ਦੇ ਪ੍ਰਧਾਨ ਨੂੰ। ਉਹ ਵੀ ਆਪਣੀ ਜਗ੍ਹਾ ਉੱਤੇ ਬਹੁਤ ਵਾਇਰਲ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੋਈ ਆ ਔਰ ਉਹਦੇ ਰਾਹੀਂ ਇਹ ਵੀ ਪਤਾ ਲੱਗਦਾ ਕਿ ਕਿੰਨਾ ਕੁ ਗੁੱਸਾ ਉਹਨਾਂ ਦੇ ਮਨ ਦੇ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪ੍ਰਤੀ ਹੈ। ਅੱਜ ਦਾ ਦਿਨ ਇਸ ਪੱਖੋਂ ਅਹਿਮ ਹੋਊਗਾ ਕਿ ਕੀ ਅਕਾਲੀ ਦਲ ਹੁਣ ਸੇਵਾ ਸਿੰਘ ਸੇਖਵਾ ਹੋਰਾਂ ਦੇ ਵਾਂਗੂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਵੀ ਅਕਾਲੀ ਦਲ ਚੋਂ ਕੱਢਦਾ। ਜੇ ਅਕਾਲੀ ਦਲ ਦੇ ਵਿੱਚੋਂ ਕੱਢਦਾ ਤਾਂ ਫਿਰ ਬਾਗੀਆਂ ਦੇ ਸੁਰ ਕੀ ਹੋਣਗੇ। ਜੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ ਨਹੀਂ ਕੱਢਿਆ ਜਾਂਦਾ, ਭਾਵ ਕਿ ਇਹਦਾ ਨੋਟਿਸ ਨਹੀਂ ਲੈਂਦਾ, ਤਾਂ ਹੋ ਨਹੀਂ ਸਕਦਾ ਕਿ ਅਕਾਲੀ ਦਲ ਨੋਟਿਸ ਨਾ ਲਵੇ। ਜੇ ਉਹ ਚੁੱਪ ਰਹਿੰਦਾ ਜਿਵੇਂ ਅਸਤੀਫੇ ਦੇ ਟਾਈਮ ਜਿਹੜਾ ਜੀ ਉਹ ਰਿਹਾ ਸੀਗਾ, ਤੇ ਫਿਰ ਜਿਹੜੇ ਬਾਗੀ ਨੇ ਉਹਨਾਂ ਦੇ ਹੌਸਲੇ ਫਿਰ ਕਿੱਧਰ ਨੂੰ ਜਿਹੜਾ ਜੀ ਉਹ ਜਾਂਦੇ ਆ। ਕਾਫੀ ਕੁਛ ਅਹਿਮ ਰਹੂਗਾ ਅਕਾਲੀ ਦਲ ਦੇ ਬਾਰੇ ਦੇ ਵਿੱਚ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਉੱਤੇ ਜਿਵੇਂ ਵੱਡੇ ਪੱਧਰ ਦੇ ਉੱਤੇ ਪੁਰਾਣੇ ਅਕਾਲੀ ਆਗੂ ਜਿਹੜੇ ਆ ਜੀ ਉਹ ਉਂਗਲਾਂ ਉਠਾ ਰਹੇ ਆ। ਇਹ ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ ਦੇ ਵਾਸਤੇ ਇਹ ਸਭ ਤੋਂ ਔਖੀ ਜਿਹੜੀ ਜੀ ਉਹ ਮਾੜੀ ਘੜੀ ਹੈ। ਜੇ ਆਪਾਂ ਦੂਸਰੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਚਾਲੇ ਪਿਆ ਰੇੜਕਾ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈ। ਆਮ ਆਦਮੀ ਪਾਰਟੀ ਨੇ ਸਸਪੈਂਡ ਕਰਤਾ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ, ਜਿਨ੍ਹਾਂ ਨੇ ਦੋਨਾਂ ਨੇ ਬਾਗੀ ਸੁਰਾਂ ਜਿਹੜੀਆਂ ਜੀ ਉਹ ਅਪਣਾਈਆਂ ਸੀ। ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀਗਾ, ਉਸ ਤੋਂ ਬਾਅਦ ਉਹ ਖੁਦ ਮੁਖਤਿਆਰੀ ਵਾਲਾ ਜਿਹੜਾ ਸੀ ਉਹ ਮੁੱਦਾ ਲੈ ਕੇ ਆਏ ਔਰ ਪਿਛਲੇ ਦਿਨਾਂ ਤੋਂ ਉਹ ਲਗਾਤਾਰ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਾਸਤੇ ਕਰ ਰਹੇ ਸੀਗੇ, ਜਿਹਦੇ ਕਰਕੇ ਉਹਨਾਂ ਨੂੰ ਇੱਥੋਂ ਜਿਹੜਾ ਜੀ ਉਹ ਸਸਪੈਂਡ ਕੀਤਾ ਗਿਆ। ਹੁਣ ਉਹਨਾਂ ਨੇ ਜਿਹੜਾ ਜੀ ਤੀਜਾ ਫਰੰਟ ਬਣਾਉਣ ਦੀ ਜਿਹੜੀ ਜੀ ਉਹ ਗੱਲ ਕੀਤੀ ਆ ਔਰ ਇਹ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ MLA-ਸ਼ਿਪ ਤੋਂ ਅਸਤੀਫਾ ਦੇ ਕੇ ਤੀਜਾ ਫਰੰਟ ਜਿਹੜਾ ਜੀ ਉਹਨੂੰ ਉਭਾਰਨ ਦੇ ਯਤਨ ਜਿਹੜੇ ਆ ਜੀ ਉਹ ਕਰਨਗੇ ਔਰ ਇਸ ਫਰੰਟ ਦੀ ਉਹ ਅਗਵਾਈ ਵੀ ਕਰ ਸਕਦੇ ਆ। ਇਹ ਜਿਹੜਾ ਤੀਜਾ ਫਰੰਟ ਹੈ ਇਹਦੇ ਵਿੱਚ ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ ਤੇ ਕੁਝ ਸਿਆਸੀ ਧਿਰਾਂ ਉਹਦੇ ਨਾਲ ਉਹਨਾਂ ਦੀਆਂ ਬੈਠਕਾਂ ਜਿਹੜੀਆਂ ਜੀ ਉਹ ਹੋ ਚੁੱਕੀਆਂ ਨੇ। ਕੀ ਇਹ ਬੈਠਕਾਂ ਤੋਂ ਅੱਗੇ ਜਿਹੜਾ ਜੀ ਉਹ ਵੱਧਦਾ, ਕਿਉਂਕਿ ਜੇ ਉਹ ਸਿਆਸੀ ਪਾਰਟੀ ਉਸਾਰਦੇ ਆ, ਜੇ ਉਹ ਅਸਤੀਫਾ ਨਹੀਂ ਦਿੰਦੇ ਆਪਣੇ ਅਹੁਦੇ ਤੋਂ, ਤਾਂ ਉਹਨਾਂ ਦੀ MLA-ਸ਼ਿਪ ਨੂੰ ਜਿਹੜਾ ਜੀ ਉਹ ਫਿਰ ਟੈਕਨੀਕਲੀ ਖਤਰਾ ਖੜਾ ਹੋ ਜਾਊਗਾ। ਜਿਹੜੇ ਉਹਨਾਂ ਦੇ ਨਾਲ ਤੁਰੇ ਹੋਏ ਨੇ ਇਹ ਵੀ ਵੇਖਣਾ ਹੋਊਗਾ ਕਿ ਉਹ ਵੀ ਸਾਰੇ ਆਪਣੇ MLA-ਸ਼ਿਪ ਤੋਂ ਅਸਤੀਫੇ ਦਿੰਦੇ ਆ ਜਾਂ ਨਹੀਂ। ਜੇ ਹੁਣ ਅਸਤੀਫੇ ਦਿੰਦੇ ਆ
ਤੇ ਫਿਰ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਇਹਨਾਂ ਸੀਟਾਂ ਦੇ ਉੱਤੇ ਚੋਣ ਜਿਹੜੀ ਹੈ ਜੀ ਉਹ ਸੰਭਵ ਹੋ ਸਕੂਗੀ। ਇਹ ਵੀ ਪੁਆਇੰਟ ਜਿਹੜਾ ਜੀ ਉਹ ਰਹੂਗਾ। ਜੇ ਉਹ ਸਾਥ ਨਹੀਂ ਦਿੰਦੇ, ਮਹਿਜ਼ ਫਰੰਟ ਉਸਾਰਦੇ ਆ, ਸਿਆਸੀ ਪਾਰਟੀ ਨਹੀਂ ਉਸਾਰਦੇ, ਤੇ ਫਿਰ ਜਿਵੇਂ ਉਹ ਸੋਚ ਰਹੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਉਮੀਦਵਾਰ ਖੜੇ ਕਰਨੇ ਆ, ਉਹਦੇ ਵਾਸਤੇ ਉਹਨਾਂ ਕੋਲ ਸਮਾਂ ਜਿਹੜਾ ਜੀ ਉਹ ਥੋੜ੍ਹਾ ਬਚੂਗਾ। ਆਉਂਦੇ ਦਿਨਾਂ ਦੇ ਵਿੱਚ ਇਹ ਵੀ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਗੀ ਜਿਹੜੇ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਤੇ ਉਹਨਾਂ ਦੇ ਨਾਲ ਜਿਹੜੇ ਗਏ MLA ਨੇ, ਉਹਨਾਂ ਦੇ ਭਵਿੱਖ ਦੇ ਉੱਤੇ ਵੀ ਕੁਐਸਚਨ ਮਾਰਕ ਜਿਹੜਾ ਜੀ ਉਹ ਰਹੂਗਾ। ਔਰ ਇਹ ਵੀ ਵੇਖਣ ਵਾਲੀ ਗੱਲ ਰਹੂਗੀ ਕਿ ਇਹਦੇ ਨਾਲ ਨੁਕਸਾਨ ਜਿਹੜਾ ਜੀ ਉਹ ਕਿਹੜੇ ਧੜੇ ਦਾ ਜ਼ਿਆਦਾ ਹੁੰਦਾ, ਪੁਰਾਣੇ ਧੜੇ ਦਾ ਜਾਂ ਫਿਰ ਇਸ ਨਵੇਂ ਧੜੇ ਦਾ, ਤੇ ਕਿਹਨੂੰ ਜਿਹੜਾ ਜੀ ਉਹ ਖੋਰਾ ਲੱਗਦਾ। ਬਹੁਤੀ ਜਿਹੜੀ ਟੇਕ ਹੈ, ਜੇ ਨਵਾਂ ਫਰੰਟ ਇਹ ਉੱਭਰਦਾ ਤੇ ਉਹਦੀ ਬਿਨਾਂ ਕਿਸੇ ਸ਼ੱਕ ਦੇ ਉਸ ਪੰਥਕ ਵੋਟ ਦੇ ਉੱਤੇ ਹੋਊਗੀ, ਜਿਹਦੇ ਆਧਾਰ ਦੇ ਉੱਤੇ ਅਕਾਲੀ ਦਲ ਨੇ ਔਰ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਨੇ ਹੁਣ ਤੱਕ ਸਿਆਸਤ ਕੀਤੀ ਹੈ, ਜਿਹੜਾ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਖੁਰ ਗਿਆ। ਵੇਖਿਆ ਜੀ ਕਿ ਆਮ ਆਦਮੀ ਪਾਰਟੀ ਕਿਸ ਪਾਸੇ ਵੱਲ ਜਿਹੜਾ ਜੀ ਉਹ ਜਾਂਦੀ ਹੈ। ਫਿਰ ਸੁਪਰੀਮ ਕੋਰਟ ਦੇ ਵੱਲੋਂ ਅਯੁੱਧਿਆ ਮਾਮਲੇ ਦੇ ਵਿੱਚ ਸੁਣਵਾਈ ਟਾਲਣ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਹੁਣ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਜਾਰੀ ਆ। ਇੱਕ ਪਾਸੇ ਸੰਤ ਸਮਾਜ ਦਿੱਲੀ ਦੇ ਵਿੱਚ ਧਰਮਾਦੇਸ਼ ਸਮਾਗਮ ਕਰਕੇ ਮੋਦੀ ਸਰਕਾਰ ਦੇ ਉੱਤੇ ਰਾਮ ਮੰਦਿਰ ਦੀ ਉਸਾਰੀ ਲਈ ਆਰਡੀਨੈਂਸ ਬਣਾਉਣ ਦਾ ਦਬਾਅ ਬਣਾ ਰਿਹਾ ਤੇ ਭਾਜਪਾ ਆਗੂ ਵੀ ਇਹਦੀ ਖੁੱਲ੍ਹ ਕੇ ਹਮਾਇਤ ਦੇ ਵਿੱਚ ਜਿਹੜੇ ਦੀ ਉਹ ਬੋਲ ਰਹੇ ਆ। ਦੂਜੇ ਪਾਸੇ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਜਿਹੜਾ ਜੀ ਉਹਨੇ ਇਸ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨੇ RSS ਦੇ 1992 ਵਰਗਾ ਅੰਦੋਲਨ ਸ਼ੁਰੂ ਕਰਨ ਦੇ ਇਰਾਦੇ ਨੂੰ ਦੇਸ਼ ਲਈ ਖਤਰਨਾਕ ਦੱਸਿਆ। ਨਵੀਂ ਦਿੱਲੀ ਦੇ ਵਿੱਚ ਸੰਤਾਂ ਦੇ ਧਰਮਾਂ ਦੇ ਸਮਾਗਮ ਦੇ ਵਿੱਚ ਪਹੁੰਚੇ ਜਿਹੜੇ ਧਾਰਮਿਕ ਆਗੂ ਸੀਗੇ, ਉਹਨਾਂ ਨੇ ਜਿਹੜਾ ਜੀ ਕਿਹਾ ਕਿ ਦੇਸ਼ ਦੇ ਲੱਖਾਂ ਲੋਕ ਚਾਹੁੰਦੇ ਆ ਕਿ ਅਯੁੱਧਿਆ ਦੇ ਵਿੱਚ ਮੰਦਿਰ ਬਣੇ। 2 ਦਿਨਾਂ ਦੀ ਇਹ ਧਰਮ ਸੰਸਦ ਦੇ ਆਖਰੀ ਦਿਨ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਬਰੀਮਾਲਾ ਤੇ ਫੈਸਲਾ ਦੇ ਦਿੱਤਾ, ਉਹਦੇ ਨਾਲ ਲੋਕਾਂ ਨਾਲ ਦੁੱਖ ਹੋਇਆ ਤੇ ਅਯੁੱਧਿਆ ਬਾਰੇ ਫੈਸਲਾ ਨਹੀਂ ਦਿੱਤਾ, ਇਹਦੇ ਨਾਲ ਵੀ ਲੋਕਾਂ ਨੂੰ ਜਿਹੜਾ ਜੀ ਉਹ ਦੁੱਖ ਹੋਇਆ। ਉਹਨੇ ਕਿਹਾ ਕਿ ਮੰਦਿਰ ਦੀ ਉਸਾਰੀ ਲਈ ਉਹ ਪ੍ਰਾਰਥਨਾ ਤੇ ਕੋਸ਼ਿਸ਼ ਦੋਵੇਂ ਰਾਹ ਜਿਹੜੇ ਉਹ ਅਪਣਾਉਣਗੇ। ਧਰਮ ਸੰਸਦ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੀ ਉਸਾਰੀ ਵਾਸਤੇ ਜਲਦੀ ਆਰਡੀਨੈਂਸ ਜਾਂ ਕਾਨੂੰਨ ਜਿਹੜਾ ਜੀ ਉਹ ਲਿਆਂਦਾ ਜਾਵੇ। ਕਿਹਾ ਜਾ ਰਿਹਾ ਕਿ ਭਾਜਪਾ ਦੇ ਇਸ਼ਾਰੇ ਦੇ ਉੱਤੇ ਹੀ ਇਹ ਜਿਹੜਾ RSS ਦੇ ਇਸ਼ਾਰੇ ਦੇ ਉੱਤੇ ਹੀ ਅਜਿਹੀ ਮੰਗ ਜਿਹੜੀ ਹੈ ਜੀ ਉਹ ਹੋ ਰਹੀ ਹੈ, ਕਿਉਂਕਿ ਇਸੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਦੇ ਵਿੱਚ ਆਈ ਭਾਰਤੀ ਜਨਤਾ ਪਾਰਟੀ ਪਿਛਲੇ ਤਕਰੀਬਨ 4.5 ਸਾਲ ਤੋਂ ਇਸ ਮਸਲੇ ਦੇ ਉੱਤੇ ਕੁਛ ਵੀ ਨਹੀਂ ਕਰ ਸਕੀ ਤੇ ਹੁਣ ਉਹਨੂੰ ਲੱਗਦਾ ਕਿ ਉਹ ਇਲੈਕਸ਼ਨਾਂ ਦੇ ਵਿੱਚ ਕੀ ਲੈ ਕੇ ਜਿਹੜਾ ਜੀ ਉਹ ਜਾਊਗੀ। ਮੁਲਕ ਦੇ ਵਿੱਚ ਤਾਂ ਕੁਛ ਹੋਇਆ ਨਹੀਂ ਤੇ ਅਜਿਹਾ ਕੋਈ ਧਾਰਮਿਕ ਮੁੱਦਾ ਹੀ ਜਿਹੜਾ ਲੱਗਦਾ ਕਿ ਉਹ ਉਭਾਰਿਆ ਜਾਊਗਾ। ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਜੌੜਾ ਫਾਟਕ ਦੇ ਨੇੜੇ ਵਾਪਰੇ ਰੇਲ ਹਾਦਸੇ ਦੇ 16 ਦਿਨਾਂ ਤੋਂ ਬਾਅਦ ਰੇਲ ਵਿਭਾਗ ਨੇ ਆਪਣੇ ਤੌਰ ਦੇ ਉੱਤੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਸੇਫਟੀ ਕਮਿਸ਼ਨ ਦੇ ਕਮਿਸ਼ਨਰ SK ਪਾਠਕ ਨੇ ਮਾਨਾਵਾਲਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ DMU ਰੇਲ ਗੱਡੀ ਦੇ ਵਿੱਚ ਟਰਾਇਲ ਦੇ ਵਜੋਂ ਸਫ਼ਰ ਕੀਤਾ ਔਰ ਇਹ ਰੇਲ ਗੱਡੀ ਦੁਸਹਿਰੇ ਵਾਲੇ ਦਿਨ ਹਾਦਸੇ ਵਾਲੀ ਥਾਂ ਤੋਂ ਲੰਘੀ ਸੀਗੀ। ਰੇਲ ਅਧਿਕਾਰੀ ਨੇ ਮੌਕ ਡਰਿਲ ਦੌਰਾਨ ਰੇਲ ਹਾਦਸੇ ਦੇ ਸਮੁੱਚੇ ਜਿਹੜਾ ਦ੍ਰਿਸ਼ ਸੀਗਾ ਇਹਨੂੰ ਆਪਣੇ ਪੱਧਰ ਦੇ ਉੱਤੇ ਵੇਖਣ ਦਾ ਯਤਨ ਕੀਤਾ। ਉਹ ਜੌੜਾ ਫਾਟਕ ਵੀ ਪਹੁੰਚੇ ਜਿੱਥੇ ਉਹਨਾਂ ਨੇ ਨਾਰਦਰਨ ਰੇਲਵੇ ਮਕੈਨੀਕਲ ਵਰਕਸ਼ਾਪ ਦੇ ਵਿੱਚ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ। ਇਹਦੇ ਸੰਬੰਧੀ ਉਹਨਾਂ ਕੁਛ ਵੀ ਜਿਹੜਾ ਜੀ ਉਹ ਦੱਸਿਆ ਨਹੀਂ। ਜਾਂਚ ਪ੍ਰਕਿਰਿਆ ਦੇ ਦੌਰਾਨ ਮੀਡੀਆ ਜਿਹੜਾ ਸੀਗਾ ਉਹਨੂੰ ਪਾਸੇ ਰੱਖਿਆ ਗਿਆ। ਰੇਲਵੇ ਦੇ ਜਿਹੜੇ ਬੁਲਾਰੇ ਆ ਉਹਨੇ ਇਹ ਕਿਹਾ ਕਿ ਜਾਂਚ ਦੇ ਦੌਰਾਨ 5 ਅਧਿਕਾਰੀ ਨੇ ਜਿਨ੍ਹਾਂ ਕੋਲੋਂ ਪੁੱਛਗਿੱਛ ਜਿਹੜੀ ਹੈ ਕੀਤੀ ਗਈ ਹੈ, ਜਿਹਦੇ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਜਿਹੜੇ ਜੀ ਉਹ ਸ਼ਾਮਿਲ ਸੀਗੇ ਔਰ 12 ਅਧਿਕਾਰੀਆਂ ਕੋਲੋਂ ਜਾਂਚ ਦੇ ਦੌਰਾਨ ਪੁੱਛਗਿੱਛ ਜਿਹੜੀ ਆ ਜੀ ਉਹ ਹੋਰ ਕੀਤੀ ਜਾਊਗੀ। ਇਹ ਤੋਂ ਪਹਿਲਾਂ ਜਿਹੜਾ ਰੇਲਵੇ ਵਿਭਾਗ ਹੈ ਜੀ ਉਹ ਇਹਦੀ ਜਾਂਚ ਕਰਨ ਤੋਂ ਇਨਕਾਰ ਕਰਦਾ ਰਿਹਾ, ਬਲਕਿ ਰੇਲਵੇ ਨੇ ਇਸ ਹਾਦਸੇ ਦੇ ਵਾਪਰਨ ਤੋਂ ਕੁਝ ਘੰਟਿਆਂ ਤੋਂ ਬਾਅਦ ਜਿਹੜਾ ਰੇਲ ਦਾ ਡਰਾਈਵਰ ਸੀਗਾ ਉਹਨੂੰ ਕਲੀਨ ਚਿੱਟ ਜਿਹੜੀ ਜੀ ਉਹ ਦੇ ਦਿੱਤੀ ਸੀ ਬਿਨਾਂ ਕਿਸੇ ਜਾਂਚ ਤੋਂ। ਹੁਣ ਲਗਾਤਾਰ ਪੈ ਰਹੇ ਦਬਾਅ ਦੀ ਵਜ੍ਹਾ ਕਰਕੇ ਕਹਿ ਲਓ ਕਿ ਇਹ ਜਾਂਚ ਜਿਹੜੀ ਹੈ ਜੀ ਉਹ ਰੇਲ ਨੇ ਦੁਬਾਰਾ ਤੋਂ ਇੱਥੇ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਇਹ ਵੀ ਦੱਸੀਏ ਕਿ ਪੰਜਾਬ ਸਰਕਾਰ ਨੇ ਵੀ ਜਿਹੜੀ ਜਾਂਚ ਹੈ ਜੀ ਉਹਦੀ ਹੋ ਰਹੀ ਹੈ ਇਸ ਵੇਲੇ ਔਰ ਇਹਦੇ ਵਿੱਚ ਵੀ ਕਈ ਜਿਹੜੇ ਲੋਕ ਸੀਗੇ ਉਹਨਾਂ ਨੂੰ ਸਾਹਮਣੇ ਕੀਤਾ ਗਿਆ, ਜਿਹਦੇ ਵਿੱਚ ਨਵਜੋਤ ਕੌਰ ਸਿੱਧੂ ਹੋਰੀ ਵੀ ਸ਼ਾਮਲ ਨੇ ਜਿਹੜੇ ਕਿ ਉਸ ਦਿਨ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸਨ। ਅੱਖਾਂ ਦੇ ਮਾਹਰ ਡਾਕਟਰ JS ਵਧਵਾ ਹੋਰਾਂ ਨੇ ਆਪਣੀ ਜਿਹੜੀ ਉਹਨਾਂ ਨੇ ਆਟੋਬਾਇਓਗ੍ਰਾਫੀ ਲਿਖੀ ਆ ਉਹਦੇ ਵਿੱਚ ਇਹ ਦਾਅਵਾ ਕੀਤਾ ਹੈ
कि साका नीला तारा के दौरान पोस्टमार्टम के वास्ते ਜਿਹੜੀਆਂ ਡੈਡ ਬੋਡੀਜ਼ ट्रैक्टर ट्रालियां ते लद के लिਆਂਦੀਆਂ ਗਈਆਂ ਸੀ ਉਹਦੇ ਵਿੱਚ जनरल शमेक सिंह ते अमरीक सिंह होरां ਦੀਆਂ लाशां भी शामिल सी। उन्होंने अपनी इस किताब के खुलासा भी किया है कि जरनैल सिंह भिंडरांवालिਆਂ ਦੀ ਜਿਹੜੀ ਡੈਡ बॉडी सी ਉਹ स्पैशल फौजी ट्रक ਦੇ ਵਿੱਚ सख्त सुरक्षा प्रबंधों के हेठ जी लियादी गई सी। डॉक्टर वधवा ਜਿਹੜੇ कि सरकारी डॉक्टर रहे हैं उन्होंने अपन यादां ते डॉक्टरी तजर्बियां के बारे लिखी किताब ऑटोबायोग्राफी ऑफ अननोन डॉक्टर यह जी सी रिलीज की। किताब के टाइटल वाले पन्ने के उत्ते ही साका नीला तारा के दौरान किए गए पोस्टमार्टम का उचेचे तौर के उत्ते जिक्र जरा जी किया गया। डॉक्टर वधवा कहते रहे कि साका नीला तारा के दौरान जलंधर, हुशियारपुर, कपूरथला, अमृतसर ते गुरदासपुर जिलों के डॉक्टरों को पोस्टमार्टम करने के वास्ते अमृतसर भेजा गया सी, लिया गया सीगा उत्थे। उन्होंने कहा है कि जिहड़े जरनैल सिंह भिंडरांवाले सन उन्होंने डैड बॉडी उन्होंने नहीं देखा और जिहड़े फौजी ट्रक दे विच उन्हां दी देह लिआंदी गई सी उहदी सुरक्षा सख्त सी, जिहनूं देख के पता लगदा सीगा कि इहदे विच जरनैल सिंह भिंडरांवाले दी देह जिहड़ी है वो हो सकती है। उन्होंने कहा कि उन्होंने वक्रे कमरे दे विच रखिया गया सीगा। उन्होंने अपनी किताब दे विच इह सारा लिखिया कि अगली सवेर जदों उन्हों की लाश का पोस्टमार्टम होना सी तो कोई भी डॉक्टर जिहड़ा सी वो पोस्टमार्टम करने तो उहदे तैयार नहीं सीगा। अमृतसर के डॉक्टरों ने भी उन्हों की लाश का पोस्टमार्टम करने तो ना जी वो करती सी। फिर इस मामले में सेहत विभाग के डायरैक्टर डॉक्टर MS कंग ने हल किया कि उन्होंने अमृतसर के डॉक्टरों को इस बारे बकायदा हुक्म जिहड़े है वो जारी किए सन। उन्होंने एक किताब जी है विक्री के वास्ते आ गई है और ये संबंधी पहला वैसे इन्ने ज्यादा खुलासे नहीं हुए जिहो जे उन्होंने ये खुलासा किया है साका नीला तारा दे विच होईयां मौतां दे संबंध दे विच। जिहड़ियां रवायती फसलों के चक्कर दे विचों निकल के जिहड़े किसान मक्की ते गन्ने वर्गियां फसलों वल नूं गए उन्हां किसानां ने खेती विभिन्नता अपना के बहुता कुछ जिहड़ा दी ओह खटिया नहीं। सरकारी पद्धर दे उत्ते इन्हां दी खरीद ना होण करके जिमीदार प्राइवेट खरीददारां दे जिहड़ा दी भरोसे दे उत्ते ही निर्भर ने। पिछले दहाके के दौरान सरकार दे फसली विभिन्नता के नारे नूं किसानां वल्लों चंगा हुंगारा तां मिलिया। उन्होंने होरां फसलों के तजर्बे शुरू किए पर सरकार ने उन्हां दी बांह ना फड़ी। हुशियारपुर जिले दे विच मक्की बीजण दा काफ़ी रुझान जिहड़ा सी वधिया पर मक्की बीजण वाले जिहड़े आ उन्हां नूं वड्डा रोस इह है कि सरकार मक्की दा घੱਟ ਤੋਂ घੱਟ समर्थन मुल तां जिहड़ा दी ओह नियत कर देवे। किसान कहते हैं कि भावें मक्की का घੱਟ ਤੋਂ ਘੱਟ समर्थन मुल 1700 रुपये आ पर उन्होंने 800 तो लैके 1200 रुपये तक ही जिहड़ा वो मुल मिलता है और नमी के नां दे उत्ते 10 तो 15% काट जिहड़ी वो लग जाती है और किसानों के पल्ले बहुता कुछ जिहड़ा पैंदा नहीं बल्कि खर्चे मुश्किल के नाल जिहड़ा वो निकलते हैं। आड़ती मनमर्जी के रेट के उत्ते जिड़त खरीदते आ ते अदायगी फिर भी जिहड़ी वो नहीं हुंदी। खेतीबाड़ी विभाग जिहड़ा वो सियालू मक्की बीजण की मनाही करता है पर वाधू झाड़ के चक्कर दे विच किसान इसे किस्म नूं जिहड़ा वो पहल दिंदे आ और यह भी जिहड़ा कहा गया कि झोने लई वाधू पानी की लोड़ पैंदी है। सियालू मक्की जिहड़ी आ वो ज्यादा पानी की खपत करती है जिहदे करके खेती विभाग इसकी सिफारिश नहीं करता पर इसकी बिजाई के उत्ते कोई भी रोक जिहड़ी है वो किसी किस्म की नहीं हैगी। किसान कहते हैं कि जे उन्होंने सरकार बांह फड़े इस मामले के विच कम से कम मंडीकरण ही उन्हों का ठीक हो जाए तो उहदे नाल उन्हां दीयां कुछ मुश्किलां जिहड़ियां दी ओह घट सकदियां ने ते ओह असली विभिन्नता दूजियां जिहड़ियां फसलां ने उस पासे वल नूं मुड़ सकदे आ। पटियाला दे विच पंज अध्यापक मोर्चे की 5 नवंबर नूं जिहड़ी मुख मंत्री होरां दे नाल मीटिंग होनी सीगी यह मुलतवी हो गई है और जिहड़े टीचर ते कैप्टन सरकार के खिलाफ नाराजगी ते बेभरोसगी का माहौल जिहड़ा जी वो पैदा हो गया। मोर्चे ने सरकार के खिलाफ अगली रणनीति घड़न के वास्ते अज जिहड़ी है जी वो सूबा पद्धरी मीटिंग इत्थे पटियाला दे विच सद्दी है। यह जिहड़े संघर्षी टीचर ने जी इन्हां ने जिहड़े एजुकेशन के सैकटरी कृष्ण कुमार होरां दे आरंभे पढ़ो पंजाब प्रोजैक्ट का बाईकाट किया होया जदों कि सिक्ख्या विभाग के वल्लों इन्हां टीचरां दे उत्ते बदलियां दा पहाड़ा जिहड़ा जी वो चलाया जा रहा है। ये समझा जा रहा सीगा कि मुख मंत्री होरां दे नाल होण वाली बैठक दे विच ये मसले हल हो जाणगे पर कल जिहड़ी जी ये मीटिंग रद्द कर दी गई। ये कहा जा रहा जी कि इहदी आस पहलां ही सीगी कि ये मीटिंग जिहड़ी वो होऊगी नहीं एवें उदों मिठी गोली जिहड़ी है जी इन्हां टीचरां नूं दित्ती गई सीगी। 23 अक्तूबर नूं
ਅਧਿਆਪਕ ਦੀ ਜਿਹੜੀ ਚੰਡੀਗੜ੍ਹ ਦੇ ਵਿੱਚ ਜਿਹੜੇ ਚੀਫ ਸੈਕਟਰੀ ਸੀ ਸੁਰੇਸ਼ ਕੁਮਾਰ ਤੇ ਮੁੱਖ ਮੰਤਰੀ ਹੋਰਾਂ ਦੇ OSD ਕੈਪਟਨ ਸੰਦੀਪ ਸੰਧੂ ਹੋਰਾਂ ਦੇ ਨਾਲ ਗੱਲਬਾਤ ਹੋਈ ਸੀਗੀ ਔਰ ਇਹ ਕਿਹਾ ਗਿਆ ਸੀਗਾ ਕਿ 5 ਨਵੰਬਰ ਨੂੰ 12 ਵਜੇ ਮੁੱਖ ਮੰਤਰੀ ਪੰਜਾਬ ਦੇ ਨਾਲ ਬੈਠਕ ਜਿਹੜੀ ਹੈ ਜੋ ਇਹਨਾਂ ਦੀ ਕਰਵਾਈ ਜਾਊਗੀ। ਪਰ ਹੁਣ ਜਿਹੜਾ ਵੀ ਉਹ ਜਵਾਬ ਮਿਲ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਮੋਰਚੇ ਦੇ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਕਾਲੀ ਦੀਵਾਲੀ ਜਿਹੜੀ ਹੈ ਜੀ ਉਹ ਮਨਾਈ ਜਾਊਗੀ। ਉਧਰ ਮੋਰਚਾ ਤੇ ਭੁੱਖ ਹੜਤਾਲ ਜਿਹੜੀ ਹੈ ਜੀ ਉਹ ਨਿਰੰਤਰ ਇਹਨਾਂ ਦੀ ਜਾਰੀ ਹੈ। ਸਿਆਸੀ ਲੋਕ ਕਦੋਂ ਕੀ ਕਰ ਜਾਂਦੇ ਆ, ਕਦੋਂ ਕੀ ਬੋਲ ਦਿੰਦੇ ਆ, ਉਹਨਾਂ ਦਾ ਕੁਝ ਵੀ ਜਿਹੜਾ ਵੀ ਉਹ ਪਤਾ ਨਹੀਂ ਲੱਗਦਾ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਹੈ ਕਿਉਂਕਿ ਉਹਨਾਂ ਨੇ ਜਿਹੜੀ ਇੱਕ ਗਾਲ ਕੱਢ ਦਿੱਤੀ ਕੱਲ ਕੈਮਰੇ ਦੇ ਸਾਹਮਣੇ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆ, ਉਹਦੇ ਕਰਕੇ ਇਹ ਵੱਡੇ ਪੱਧਰ ਦੇ ਉੱਤੇ ਵਾਇਰਲ ਜਿਹੜੀ ਹੈ ਜੀ ਉਹ ਹੋਈ ਆ। ਉਧਰੋਂ ਕਾਂਗਰਸ ਦੇ ਇੱਕ ਹੋਰ MLA ਜਿਹੜੇ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਰਹੇ ਸਨ ਜਦੋਂ ਉਹਨਾਂ ਨੇ ਜਿਹੜਾ ਵੀ ਪੰਚਾਇਤੀ ਚੋਣਾਂ ਦੇ ਵਾਸਤੇ ਕੁਝ ਬਿਆਨ ਇਸ ਤਰ੍ਹਾਂ ਦੇ ਦਿੱਤੇ ਸੀਗੇ ਕਿ ਐਤਕੀ ਕਿਵੇਂ ਜਿਹੜੀਆਂ ਜੀ ਇਹ ਚੋਣਾਂ ਜਿੱਤਣੀਆਂ ਨੇ। ਬਾਬਾ ਬਕਾਲਾ ਤੋਂ MLA ਨੇ ਕਾਂਗਰਸ ਦੇ ਭਲਾਈਪੁਰ ਸੰਤੋਖ ਸਿੰਘ ਭਲਾਈਪੁਰ, ਉਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਿਤ ਨੇ। ਐਤਕੀ ਉਹ ਚਰਚਿਤ ਇਸ ਕਰਕੇ ਆ ਕਿ ਸੰਤੋਖ ਸਿੰਘ ਭਲਾਈਪੁਰ ਹੋਰਾਂ ਨੇ ਫੇਸਬੁੱਕ ਦੇ ਉੱਤੇ ਆਪਣੀ ਇੱਕ ਪੋਸਟ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪਾਤੀ ਔਰ ਇਹ ਕਿਹਾ ਕਿ ਉਹ ਕੁਝ ਦਿਨਾਂ ਦੇ ਵਾਸਤੇ ਜਾ ਰਹੇ ਆ ਵਿਦੇਸ਼ ਤੇ ਜਿੰਨੇ ਦਿਨ ਉਹ ਵਿਦੇਸ਼ ਦੇ ਵਿੱਚ ਰਹਿਣਗੇ 10-12 ਦਿਨ ਹਲਕੇ ਦੇ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਤੇ ਉਹ ਉਹਨਾਂ ਦੇ ਮੁੰਡੇ ਜਿਹੜਾ ਜੀ ਸੰਦੀਪ ਸਿੰਘ ਉਹਦੇ ਨਾਲ ਟੈਲੀਫੋਨ ਦੇ ਉੱਤੇ ਸੰਪਰਕ ਕਰ ਲੈਣ। ਇਹਦੇ ਵਿੱਚ ਜਿਹੜੀ ਇਹਦੀ ਦਿਲਚਸਪ ਗੱਲ ਇਹ ਆ ਜਿਹਦੇ ਕਰਕੇ ਸੰਤੋਖ ਸਿੰਘ ਭਲਾਈਪੁਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਆ ਗਏ ਕਿ ਜਿਹੜਾ ਉਹਨਾਂ ਦਾ ਮੁੰਡਾ ਹੈ ਸੰਦੀਪ ਸਿੰਘ ਉਹ ਸਰਕਾਰੀ ਨੌਕਰੀ ਕਰਦਾ ਹੈ, ਪੰਜਾਬ ਹੋਮਗਾਰਡ ਦੇ ਵਿੱਚ ਸਬ ਇੰਸਪੈਕਟਰ ਆ। ਉਹ ਸਰਕਾਰੀ ਨੌਕਰੀ ਕਰਦੇ ਆ, ਉਹ ਸਿਆਸੀ ਕੰਮਾਂ ਦੇ ਵਿੱਚ ਦਖਲ ਨਹੀਂ ਦੇ ਸਕਦਾ ਪਰ ਉਹ ਆਪਣੇ ਪਿਤਾ ਦਾ ਫੋਨ ਜਿਹੜਾ ਜੀ ਉਹ ਸੁਣ ਰਿਹਾ। ਹੁਣ ਉਹ ਇਹਦੇ ਉੱਤੇ ਪ੍ਰਤੀਕਰਮ ਦਿੰਦਾ ਕਹਿੰਦਾ ਜੀ ਮੈਂ ਤਾਂ ਸਿਰਫ ਫੋਨ ਹੀ ਜਿਹੜਾ ਜੀ ਉਹ ਆਨਸਰ ਕਰਦਾ, ਹੋਰ ਨਹੀਂ ਕੁਝ ਵੀ ਜਿਹੜਾ ਜੀ ਉਹ ਆਨਸਰ ਕਰਦਾ। ਉਹਨੇ ਕਿਹਾ ਕਿ ਮੈਂ ਕਿਸੇ ਸਿਆਸੀ ਸਰਗਰਮੀ ਦੇ ਵਿੱਚ ਮੇਰੀ ਸ਼ਮੂਲੀਅਤ ਨਹੀਂ। ਪਰ ਜੇ ਉਹਦੀ ਫੇਸਬੁੱਕ ਦੇ ਉੱਤੇ ਜਾਓ ਤਾਂ ਉਹ ਸਾਰੀਆਂ ਸਿਆਸੀ ਸਰਗਰਮੀਆਂ ਦੇ ਬਾਰੇ ਦੇ ਵਿੱਚ ਤਸਵੀਰਾਂ ਉਹਦੇ ਉੱਤੇ ਲਗਾਤਾਰ ਜਿਹੜੀਆਂ ਉਹ ਪੋਸਟ ਕਰ ਰਿਹਾ ਕਿ ਕਿੱਥੇ ਕਿੱਥੇ ਉਹ ਜਿਹੜਾ ਜੀ ਉਹ ਜਾ ਰਿਹਾ ਤੇ ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਹਲਕੇ ਦੇ ਵਿੱਚ ਕਿਵੇਂ ਜਿਹੜਾ ਜੀ ਉਹ ਵਿਚਰ ਰਿਹਾ। ਉਹ ਸਬ ਇੰਸਪੈਕਟਰ ਵਜੋਂ ਹੋਮਗਾਰਡ ਦੇ ਵਿੱਚ ਹੈ ਔਰ ਅੱਜ ਕੱਲ੍ਹ ਡੈਪੂਟੇਸ਼ਨ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਜੀ ਉਹ ਤਾਇਨਾਤ ਹੈ। ਇਸ ਗੱਲ ਨੂੰ ਲੈ ਕੇ ਵੱਡਾ ਚਰਚਾ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋ ਗਿਆ ਕਿ ਅਸਲ ਦੇ ਵਿੱਚ MLA ਉੱਥੇ ਕੌਣ ਹੈ, ਇਹ ਇਸ ਗੱਲ ਦਾ ਚਰਚਾ ਹੋ ਰਿਹਾ। ਔਰ ਦੂਸਰਾ ਜਿਹੜਾ ਚਰਚਾ ਇਸ ਗੱਲ ਦਾ ਹੋ ਰਿਹਾ ਹੈ ਕਿ ਜਿਹੜੇ ਸੰਤੋਖ ਸਿੰਘ ਭਲਾਈਪੁਰ ਨੇ ਉਹਨਾਂ ਨੇ ਆਪਣੇ ਮੁੰਡੇ ਨੂੰ ਇਹਦਾ ਇੰਚਾਰਜ ਜਿਹੜਾ ਸੀ ਉਹ ਕਿਵੇਂ ਬਣਾ ਦਿੱਤਾ ਆਪਣੀ ਗੈਰ ਹਾਜ਼ਰੀ ਦੇ ਵਿੱਚ, ਜਦੋਂ ਕਿ ਉਹਨੂੰ ਇੰਚਾਰਜ ਬਣਾਇਆ ਹੀ ਨਹੀਂ ਜਾ ਸਕਦਾ, ਉਹ ਤਾਂ ਸਰਕਾਰੀ ਨੌਕਰੀ ਦੇ ਉੱਤੇ। ਸੋ ਇਹ ਸਨ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ। ਅਗਲੀ ਮੁਲਾਕਾਤ ਤੱਕ ਇਜਾਜ਼ਤ ਦਿਓ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ।